मेरी कहानी है पल्लेदार। सालिया मंडी 'ਚ बदनाम करदा। मैं घर फूक के हुण दाणे दाणे लई लड़न लग्या। तारे ने मूँह 'चों झੱਗ सुੱਟਦੇ होए अपने प्यो दे 2-3 सूटियां धर दित्तियां। उसदी माँ रौला पाउण लग पई, ना वे मर जाऊ। नियाणे डर के सहम गए। माँ दी सुत्थण फड़ के लत्तां नूं चंबड़ गए ते ਉੱਚੀ ਉੱਚੀ रोण लग पए। मंडी ਦਾ ਮਿੱਟੀ ਘੱਟਾ ਉਹਨਾਂ ਦੇ ਲੀਰਾਂ ਹੋਏ ਕੱਪੜਿਆਂ ਵਿੱਚ ਫਸਿਆ ਹੋਇਆ ਸੀ। ਪੱਲੇਦਾਰ ਕਣਕ ਦੀਆਂ ਢੇਰੀਆਂ ਛਾਣ ਰਹੇ ਸਨ। ਪਿੰਡ ਤੋਂ ਕਣਕ ਲੈ ਕੇ ਆਏ ਕਿਸਾਨ ਆਪਣੀ ਕਣਕ ਦੀ ਰਾਖੀ ਬੈਠੇ ਆਲਾ ਦੁਆਲਾ ਦੇਖਣ ਲੱਗ ਪਏ। ਆੜ੍ਹਤੀਏ ਦੁਕਾਨਾਂ ਵਿੱਚ ਹਰਦੁਆਰ ਦੇ ਪਾਂਡਿਆਂ ਦੀ ਤਰ੍ਹਾਂ ਬਹੀਆਂ ਖਾਤੇ ਕੱਢੀ ਹਿਸਾਬ ਕਿਤਾਬ ਲਾ ਰਹੇ ਸਨ। ਟਰੱਕ, ਟਰੈਕਟਰ ਅਤੇ ਰੇਹੜੀਆਂ ਆਉਣ ਜਾਣ ਨਾਲ ਧੂੜ ਧੁੰਦ ਵਾਂਗ ਉੱਡੀ ਹੋਈ ਸੀ। ਤਾਰੇ ਨੂੰ ਪਿਓ ਨਾਲ ਲੜਦਾ ਦੇਖ ਕੇ ਲਾਗੇ ਦੇ ਪੱਲੇਦਾਰ, ਜੱਟ ਅਤੇ ਆੜ੍ਹਤੀਏ ਇਕੱਠੇ ਹੋ ਗਏ। ਕਈ ਕਹਿਣ ਲੱਗੇ, ਛਡਾਓ ਛਡਾਓ, ਮਾਰ ਦੂ ਇਹ ਤਾਂ। ਤਾਰੇ ਦੇ ਆਪਣੇ ਪਿੰਡ ਤੋਂ ਕਣਕ ਵੇਚਣ ਆਏ 1-2 ਬੰਦਿਆਂ ਨੇ ਉਸ ਨੂੰ ਫੜ ਲਿਆ। 2-3 ਧੱਫੇ ਜਿਹੇ ਮਾਰ, ਪਿਓ ਨੂੰ ਕੁੱਟਦਾ ਓਏ, ਕਹਿੰਦੇ ਹੋਏ ਤਾਰੇ ਨੂੰ ਪਰੇ ਲੈ ਗਏ। ਪਰ ਉਹ ਅਜੇ ਵੀ ਝੱਗ ਸੁੱਟਦਾ ਕਹਿ ਰਿਹਾ ਸੀ, ਮੇਰਾ ਬਾਪ ਹੈ, ਮੈਂ ਚਾਹੇ ਵੱਢਦਾ, ਮੇਰਾ ਬਾਪ ਹੈ। ਫਿਰ ਉਸ ਦੇ ਮੱਥੇ 'ਤੇ ਪਈਆਂ ਤਿਉੜੀਆਂ ਕੁਝ ਢਿੱਲੀਆਂ ਹੋਈਆਂ। ਉਸ ਦੀ ਬਿਨਾਂ ਬਾਹਾਂ ਤੋਂ ਛੋਟੀ ਜਿਹੀ ਝੱਗੀ ਮੁੜਕੇ ਨਾਲ ਗੱਚ ਹੋ ਗਈ ਸੀ। ਉਸ ਨੂੰ ਪੱਲੇਦਾਰੀ ਕਰਦਿਆਂ 7-8 ਮਹੀਨੇ ਹੋ ਗਏ ਸਨ। ਮਾੜਾ ਮੋਟਾ ਗੁਜ਼ਾਰਾ ਤੁਰਦਾ ਦੇਖ ਕੇ ਉਹ ਆਪਣੇ ਮਾਂ-ਬਾਪ ਅਤੇ ਛੋਟੇ ਭੈਣ ਭਰਾਵਾਂ ਨੂੰ ਵੀ ਇੱਥੇ ਲੈ ਆਇਆ ਸੀ। ਮਾਂ-ਬਾਪ ਕਿੰਨਾ ਕੁ ਚਿਰ ਹੱਥ 'ਤੇ ਹੱਥ ਧਰ ਕੇ ਬਹਿੰਦੇ। ਉਹ ਵੀ ਮੰਡੀ ਵਿੱਚ ਦਾਣੇ ਇਕੱਠੇ ਕਰਨ ਆਉਣ ਲੱਗ ਪਏ। ਜਦੋਂ ਉਸ ਦੀ ਮਾਂ ਪਹਿਲੇ ਦਿਨ ਮੰਡੀ 'ਚ ਦਾਣੇ ਮਿੱਟੀ 'ਚੋਂ ਕੱਢਣ ਆਈ ਤਾਂ ਉਸ ਨੂੰ ਉਪਰਾ ਜਿਹਾ ਲੱਗਿਆ ਸੀ। ਉਸ ਨੇ ਦਾਣਿਆਂ ਦੀਆਂ ਢੇਰੀਆਂ ਵਿਚਕਾਰ ਖੜ੍ਹ ਕੇ ਆਲਾ ਦੁਆਲਾ ਦੇਖਿਆ। ਉਸ ਦਾ ਬੈਠਣ ਨੂੰ ਜੀ ਨਹੀਂ ਸੀ ਕਰਦਾ, ਪਰ ਦੂਜੇ ਪੱਲੇਦਾਰਾਂ ਦੀਆਂ ਮਾਵਾਂ ਭੈਣਾਂ ਵੱਲ ਉਸ ਨੇ ਦੇਖਿਆ ਕਿਵੇਂ ਉਹ ਇੱਕ ਦੂਜੀ ਤੋਂ ਅੱਗੇ ਹੋ ਕੇ ਕਣਕ ਦੀ ਢੇਰੀ ਦਾ ਥੱਲਾ ਮਿੱਟੀ ਘੱਟਾ ਇਕੱਠਾ ਕਰ ਰਹੀਆਂ ਸਨ ਤੇ ਬਾਹਰ ਲਿਜਾ ਕੇ ਜਾਂ ਉੱਥੇ ਹੀ ਜਗ੍ਹਾ ਹੁੰਦੀ ਤਾਂ ਮਿੱਟੀ 'ਚੋਂ ਦਾਣੇ ਛਾਣ ਕੇ ਕਣਕ ਕੱਢ ਲੈਂਦੀਆਂ। ਜਦੋਂ ਦੂਜੀ ਢੇਰੀ ਦਾ ਥੱਲਾ ਪੱਲੇਦਾਰ ਛੱਡ ਜਾਂਦੇ ਤਾਂ ਇੱਕ ਦੂਜੀ ਤੋਂ ਅੱਗੇ ਹੋ ਕੇ ਢੇਰੀ ਦਾ ਥੱਲਾ ਸਾਂਭ ਲੈਂਦੀਆਂ। ਉਸ ਦੀ ਮਾਂ ਨੇ ਕੁਝ ਚਿਰ ਤਾਂ ਇਹ ਦੇਖਿਆ, ਪਰ ਫਿਰ ਉਹ ਦਿਲ ਕਿਹੜਾ ਕਰਕੇ ਜਨਾਨੀਆਂ ਵਿੱਚ ਜਾ ਰਲੀ ਸੀ ਅਤੇ ਉਹਨਾਂ ਨਾਲ ਸਾਂਝ ਪਾ ਕੇ ਮਿੱਟੀ ਨਾਲ ਮਿੱਟੀ ਹੋ ਗਈ। ਕਈ ਵਾਰ ਉਹ ਆਪਸ ਵਿੱਚ ਲੜ ਵੀ ਪੈਂਦੀਆਂ। ਕਦੇ ਉਹ ਪੱਲੇਦਾਰਾਂ ਦੇ ਭੱਦੇ ਮਜ਼ਾਕ ਸੁਣ ਕੇ ਬਹੁਤ ਦੁਖੀ ਹੁੰਦੀ, ਪਰ ਗੱਭਰੂ ਪੱਲੇਦਾਰ ਇੱਕ ਦੂਜੀ ਦੀ ਵਹੁਟੀ ਜਾਂ ਕੋਈ ਜਵਾਨ ਕੁੜੀ ਨੂੰ ਹਾਸੇ ਮਖੌਲ ਵਾਲਾ ਮਜ਼ਾਕ ਕੀਤੇ ਬਿਨਾਂ ਰਹਿ ਨਹੀਂ ਸਕਦੇ। ਉਹ ਕਦੇ ਥਕੇਵਾਂ ਦੂਰ ਕਰਨ ਲਈ ਬੋਰੀਆਂ 'ਤੇ ਬੈਠ ਕੇ ਕੰਮ ਕਰ ਰਹੀਆਂ ਜਨਾਨੀਆਂ ਦੇ ਰੋੜੀ ਮਾਰਦੇ ਜਾਂ ਐਵੇਂ ਮੂੰਹ ਆਈ ਕਹਿ ਦਿੰਦੇ। ਅੱਗੋਂ ਤਿਰਛੀ ਜਿਹੀ ਨਿਗਾਹ ਨਾਲ ਕੋਈ ਜਵਾਨ ਵਹੁਟੀ ਜਾਂ ਕੁੜੀ ਉਹ ਮੁਸਕਰਾ ਪੈਂਦੀ ਤੇ ਫਿਰ ਕੰਮ ਲੱਗ ਜਾਂਦੇ। ਪਿੰਡਾਂ ਤੋਂ ਫਸਲ ਲੈ ਕੇ ਆਏ ਜੱਟ ਵੀ ਕਿਸੇ ਸੋਹਣੀ ਜਿਹੀ ਨੂੰ ਦੇਖ ਕੇ ਲਲਚਾਈਆਂ ਅੱਖਾਂ ਨਾਲ ਦੇਖਦੇ ਰਹਿੰਦੇ। ਤਾਰੇ ਦਾ ਪਿਓ ਪਹਿਲਾਂ ਕਈ ਦਿਨ ਨਿਆਣਿਆਂ ਨੂੰ ਘਰ ਹੀ ਸਾਂਭਦਾ ਰਿਹਾ ਸੀ, ਪਰ ਸਾਰਾ ਦਿਨ ਘਰ ਉਸ ਨੂੰ ਵੱਢੂ ਖਾਊ ਕਰਦਾ ਰਹਿੰਦਾ। ਕੁਝ ਦਿਨਾਂ ਬਾਅਦ ਉਹ ਵੀ ਨਿਆਣਿਆਂ ਨੂੰ ਨਾਲ ਲੈ ਕੇ ਮੰਡੀ 'ਚ ਹੀ ਆ ਗਿਆ। ਇੱਕ ਪਾਸੇ ਬਹਿ ਕੇ ਬੱਚਿਆਂ ਨੂੰ ਸਾਂਭ ਰੱਖਦਾ। ਕਦੇ ਬੱਚੇ ਆਪਣੀ ਮਾਂ ਦੀ ਮਦਦ ਵੀ ਕਰਾਉਂਦੇ। ਉਸ ਦਾ ਪਿਓ ਵੀ ਕਦੇ ਹੌਲੀ ਕਣਕ ਦੀ ਢੇਰੀ ਦਾ ਥੱਲਾ ਜਾਂ ਆਸੇ-ਪਾਸੇ ਖਿਲਰੀ ਕਣਕ ਮਿੱਟੀ ਘੱਟੇ ਸਮੇਤ ਹੀ ਇਕੱਠੀ ਕਰਨ ਲੱਗ ਪੈਂਦਾ ਤੇ ਕਿੰਨਾ ਹੀ ਚਿਰ ਲਟਾਪਿੰਗ ਹੋਇਆ ਰਹਿੰਦਾ। ਜਦੋਂ ਕਦੇ ਤਾਰੇ ਦੀ ਨਿਗਾਹ ਪੈ ਜਾਂਦਾ ਤਾਂ ਉਹ ਮੰਡੀ 'ਚ ਆਉਣ ਤੋਂ ਰੋਕਦਾ, ਪਰ ਉਸ ਨੇ ਬਹੁਤਾ ਜ਼ੋਰ ਦੇ ਕੇ ਵੀ ਨਹੀਂ ਸੀ ਕਿਹਾ। ਕਣਕ ਦੀ ਤੁਲਾਈ ਪਿੱਛੋਂ ਆਲੇ ਦੁਆਲੇ ਫਿਰਦੀਆਂ ਜਨਾਨੀਆਂ ਢੇਰੀ ਦੀ ਹੇਠਲੀ ਮਿੱਟੀ ਨੂੰ ਇਕੱਠਾ ਕਰਨ ਵਾਸਤੇ
ਇੱਕ ਦੂਜੀ ਤੋਂ ਅੱਗੇ ਹੋ ਕੇ ਝਪਟ ਕੇ ਪੈਂਦੀਆਂ। ਇਸੇ ਖਿਚਾਈ ਵਿੱਚ ਤਾਰੇ ਦੀ ਮਾਂ ਕਿਸੇ ਪੱਲੇਦਾਰ ਦੀ ਜਨਾਨੀ ਨਾਲ ਗੁੱਥਮ ਗੁੱਥਾ ਹੋ ਗਈ ਸੀ। ਉਸ ਦੇ ਪਿਓ ਨੇ ਮਿੱਟੀ ਦੀ ਢੇਰੀ ਲੈਣ ਵਾਸਤੇ ਆਪਣੀ ਜਨਾਨੀ ਦੀ ਮਦਦ ਕੀਤੀ, ਪਰ ਨਸ਼ੇ ਦੀ ਤੋਟ ਕਰਕੇ ਹੱਡੀਆਂ ਦਾ ਪਿੰਜਰ ਜਨਾਨੀਆਂ ਦੇ ਧੱਕੇ ਨਾਲ ਡਿੱਗ ਪਿਆ ਤੇ ਫਿਰ ਉਸ ਤੋਂ ਕਾਫੀ ਚਿਰ ਉੱਠ ਨਹੀਂ ਸੀ ਹੋਇਆ। ਦੂਜਾ ਪੱਲੇਦਾਰ ਵੀ ਆਪਣੀ ਜਨਾਨੀ ਨਾਲ ਝਗੜਾ ਸੁਣ ਕੇ ਆ ਗਿਆ। ਉਸਨੇ ਆਉਂਦੇ ਨੇ ਹੀ ਤਾਰੇ ਦੇ ਪਿਓ ਨੂੰ ਚੁੱਕ ਕੇ ਕਣਕ ਦੀ ਢੇਰੀ ਉੱਤੇ ਰੱਖ ਦਿੱਤਾ ਤੇ ਹੇਠਾਂ ਨੂੰ ਦੱਬ ਕੇ ਵਿੱਚ ਹੀ ਤੁੰਨ ਦਿੱਤਾ। ਤਾਰੇ ਦੇ ਪਿੰਡ ਤੋਂ ਆਏ ਇੱਕ ਦੋ ਜਣਿਆਂ ਨੇ ਪੱਲੇਦਾਰ ਤੋਂ ਛਡਾਉਂਦੇ ਹੋਏ ਕਿਹਾ, ਫਿਰਦਾ ਹੁਣ ਠੋਕਰਾਂ ਖਾਂਦਾ, ਜਦ ਤਾਂ ਫੀਮ ਸ਼ਰਾਬਾਂ 'ਚ ਸਾਰੀ ਜ਼ਮੀਨ ਰੋੜਤੀ। ਉਸਦੇ ਕੋਲ 12.5 ਕਿੱਲਿਆਂ ਦਾ ਇਕੱਠਾ ਠੱਕ ਸੀ। ਸਾਰੀ ਹੀ ਜ਼ਮੀਨ ਸ਼ਰਾਬ, ਫੀਮ, ਨਸ਼ਿਆਂ ਵਿੱਚ ਹੜੱਪ ਕਰ ਗਿਆ। ਉਸਦੇ ਬਾਬੇ ਨੇ ਆਪਣੇ ਮੁੰਡੇ ਨੂੰ ਲਾਡਲਾ ਰੱਖਿਆ ਸੀ। ਉਸ ਤੋਂ ਖੇਤੀ ਦਾ ਕੰਮ ਵੀ ਘੱਟ ਕਰਾਉਂਦਾ ਰਿਹਾ। ਤਾਰਾ ਵੀ ਇਸੇ ਤਰ੍ਹਾਂ ਲਾਡਾਂ ਨਾਲ ਪਲਿਆ ਸੀ। ਚੰਗਾ ਖਾਂਦੇ, ਚੰਗਾ ਪੀਂਦੇ, ਚੰਗੇ ਕੱਪੜੇ, ਸਾਰਾ ਦਿਨ ਸ਼ਰਾਬ, ਸਵੇਰੇ ਉੱਠ ਕੇ ਫੀਮ, ਨਸ਼ੇ ਵੱਧਦੇ ਗਏ, ਜ਼ਮੀਨ ਘਟਦੀ ਗਈ। ਉਸਦੇ ਪਿਓ ਨੇ ਖਿਲਰੀ ਬੈਲੀ ਪੱਗ ਚੁੱਕੀ, ਪਰ ਉਸ ਤੋਂ ਬੰਨ੍ਹੀ ਨਾ ਗਈ। ਉਹ ਕਣਕ ਦੀ ਢੇਰੀ ਵਿੱਚੋਂ ਖਿਸਕਦਾ ਖਿਸਕਦਾ ਇੱਕ ਪਾਸੇ ਹੋ ਕੇ ਬਹਿ ਗਿਆ। ਕੁਝ ਚਿਰ ਬਾਅਦ ਨਿਆਣੇ ਮਾਂ ਨੂੰ ਛੱਡ ਕੇ ਮਿੱਟੀ 'ਚੋਂ ਫਿਰ ਦਾਣੇ ਇਕੱਠੇ ਕਰਨ ਲੱਗ ਪਏ। ਦੂਜੀਆਂ ਜਨਾਨੀਆਂ ਵੀ ਦੂਰ ਦੂਰ ਹੋ ਗਈਆਂ ਤੇ ਮਿੱਟੀ 'ਚੋਂ ਦਾਣੇ ਕੱਢਣ ਲੱਗ ਪਈਆਂ। ਜਦੋਂ ਤਾਰੇ ਨੂੰ ਝਗੜੇ ਦਾ ਪਤਾ ਲੱਗਾ ਤਾਂ ਨੱਠਿਆ ਆਇਆ। ਸਾਰੇ ਉਸਦੇ ਪਿਓ ਵੱਲ ਵੇਖ ਰਹੇ ਸਨ। ਤਾਰੇ ਨੇ ਇੱਕ ਵਾਰ ਸਾਰਿਆਂ ਦੇ ਮੂੰਹ ਵੱਲ ਮੁੱਤਰ ਦੇਖਿਆ, ਪਰ ਉਸ ਨੂੰ ਸਮਝ ਕੁਝ ਨਾ ਪਈ। ਕੁਝ ਚੁੱਪ ਦੇਖ ਕੇ ਉਸਦੇ ਪਿੰਡ ਤੋਂ ਆਏ ਇੱਕ ਜਣੇ ਨੇ ਕਿਹਾ, ਇਹ ਕੰਜਰ ਝੋਟੇ ਦੇ ਸਿਰ ਅੱਗੇ ਜ਼ਮੀਨ ਨੂੰ ਨਾ ਵੇਚਦਾ, ਤੁਹਾਨੂੰ ਹੁਣ ਠੋਕਰਾਂ ਤਾਂ ਨਾ ਖਾਣੀਆਂ ਪੈਂਦੀਆਂ। ਤੂੰ ਵੀ ਤਾਂ ਸਾਰਾ ਦਿਨ ਖੁੰਡਾਂ 'ਤੇ ਹੀ ਬੈਠਾ ਰਹਿੰਦਾ ਤੀ। ਦੂਜੇ ਜਣੇ ਨੇ ਕਿਹਾ, ਤਾਰਾ ਸਾਰਾ ਦਿਨ ਖੁੰਡਾਂ ਉੱਤੇ ਬੈਠਾ ਖੇਤਾਂ 'ਚੋਂ ਕੰਮ ਕਰਕੇ ਆਏ ਜੱਟਾਂ ਨੂੰ ਦੇਖਦਾ ਰਹਿੰਦਾ। ਵਿੜੇ ਵਾਲਿਆਂ ਦੇ ਮੁੰਡੇ ਦਿਹਾੜੀ ਜੋਤਾ ਲਾ ਕੇ ਉਸ ਕੋਲੋਂ ਲੰਘਦੇ। ਸਾਂਝੇ ਸਿਰੇ ਵੀ ਜਦੋਂ ਆਪਣਾ ਹਿੱਸਾ ਵੰਡਾ ਕੇ ਲੰਘਦੇ ਤਾਂ ਉਸ ਦੇ ਅੰਦਰ ਉਬਾਲ ਜਿਹਾ ਉੱਠਦਾ, ਪਰ ਜੱਟ ਭਰਾਵਾਂ ਨੂੰ ਦਿਹਾੜੀ ਵਾਸਤੇ ਕਿਵੇਂ ਪੁੱਛਦਾ। ਜ਼ਿਆਦਾ ਕੰਮ ਦੇ ਦਿਨਾਂ 'ਚ ਜ਼ਿਮੀਂਦਾਰ ਚਮਾੜੀ ਦੇ ਗੇੜੇ 'ਤੇ ਗੇੜਾ ਮਾਰਦੇ, ਪਰ ਦਿਹਾੜੀਆ ਨਾ ਮਿਲਦਾ। ਉਹ ਮੁੜਦੇ ਹੋਏ ਤਾਰੇ ਕੋਲ ਰੁਕ ਜਾਂਦੇ। ਪਤਾ ਨਹੀਂ ਤੜਕੇ ਹੀ ਕਿਹਦੇ ਜਾ ਲੱਗੇ, ਕੋਈ ਨਹੀਂ ਮਿਲਿਆ। ਕਈ ਤਾਂ ਉਸ ਨੂੰ ਦਿਹਾੜੀ ਵਾਸਤੇ ਕਹਿ ਵੀ ਦਿੰਦੇ, ਪਰ ਉਹ ਚੁੱਪ ਜਿਹਾ ਕਰਕੇ ਨੀਵੀਂ ਪਾ ਲੈਂਦਾ। ਉਸ ਨੂੰ ਕਦੇ ਕਦੇ ਪਿੰਡ ਦੇ ਖੁੰਡਾਂ 'ਤੇ ਬੈਠਣਾ ਯਾਦ ਆਉਂਦਾ ਤਾਂ ਉਹ ਕਿੰਨਾ ਹੀ ਚਿਰ ਸੋਚਦਾ ਰਹਿੰਦਾ। ਦਿਹਾੜੀ ਜੋਤਾ ਕਰਨ ਲਈ ਸੋਚਦਾ, ਪਰ ਜੱਟ ਭਰਾਵਾਂ ਨਾਲ ਕਮੀਆਂ ਵਰਗਾ ਕੰਮ ਕਰਨਾ ਉਹ ਹੇਠੀ ਸਮਝਦਾ। ਹੋਰ ਕੋਈ ਕੰਮ ਉਹ ਪੈਸੇ ਤੋਂ ਬਿਨਾਂ ਸ਼ੁਰੂ ਨਹੀਂ ਸੀ ਕਰ ਸਕਿਆ। ਕਈ ਵਾਰ ਤਾਂ ਉਸਦਾ ਜੀਅ ਕਰਦਾ ਉਹ ਪਿੰਡ ਤੋਂ ਭੱਜ ਜਾਵੇ ਤੇ ਫੌਜ ਵਿੱਚ ਭਰਤੀ ਹੋ ਜਾਵੇ, ਪਰ ਉਹ ਅਜਿਹਾ ਕਰ ਨਹੀਂ ਸੀ ਸਕਿਆ। ਕਿਤੇ ਜਾਣ ਦੀ ਵੀ ਹਿੰਮਤ ਨਹੀਂ ਸੀ ਪਈ। ਇੱਕ ਦਿਨ ਪਾਲੇ ਨੇ ਕਣਕ ਦੀ ਟਰਾਲੀ ਮੰਡੀ 'ਚ ਵੇਚਣ ਲਈ ਭਰੀ। ਇਕੱਲਾ ਹੋਣ ਕਰਕੇ ਜਾਂਦੇ ਜਾਂਦੇ ਤਾਰੇ ਨੂੰ ਵੀ ਆਵਾਜ਼ ਮਾਰ ਲਈ, ਆਓ ਏ ਅਮਲੀ ਦੇ ਪੁੱਤਾ, ਸ਼ਹਿਰ ਦਿਖਾਵਾਂ। ਤੇ ਤਾਰਾ ਜੱਕਾਂ ਤੱਕਾਂ ਕਰਦਾ ਸ਼ਹਿਰ ਦੇਖਣ ਦੇ ਚਾਅ 'ਚ ਹੀ ਟਰਾਲੀ ਦੇ ਪਿੱਛੇ ਚੜ੍ਹ ਗਿਆ। ਉਹ ਇੱਕ ਵਾਰ ਨਿੱਕਾ ਹੁੰਦਾ ਆਪਣੇ ਪਿਓ ਨਾਲ ਕਣਕ ਦੇ ਗੱਡੇ ਉੱਤੇ ਸ਼ਹਿਰ ਆਇਆ ਸੀ। ਪਾਲੇ ਨੇ ਮੰਡੀ 'ਚ ਆ ਕੇ ਟਰਾਲੀ ਖਾਲੀ ਕਰਾਈ। ਤਾਰੇ ਨੂੰ ਕਣਕ ਦੀ ਢੇਰੀ ਕੋਲ ਬੈਠਣ ਲਈ ਕਹਿ ਕੇ ਉਹ ਆਪ ਬਾਜ਼ਾਰੋਂ ਸੌਦੇ ਖਰੀਦਣ ਲਈ ਚਲਾ ਗਿਆ ਸੀ। ਪੱਲੇਦਾਰ ਪਾਲੇ ਦੀ ਢੇਰੀ ਦੀ ਛਟਾਈ ਕਰਨ ਆ ਲੱਗੇ ਸਨ। ਤਾਰਾ ਉਸ ਵੱਲ ਘੜੀ ਮੁੜੀ ਦੇਖਦਾ ਰਿਹਾ ਤੇ ਫਿਰ ਉਸਨੇ ਪੁੱਛ ਹੀ ਲਿਆ ਸੀ, ਕਿੰਨੀ ਕੁ ਕਮਾਈ ਹੋ ਜਾਂਦੀ ਹੈ? ਤੁਹਾਡੇ ਵਰਗੇ ਸਰਦਾਰਾਂ ਦੇ ਸਿਰੋਂ ਮਾੜਾ ਮੋਟਾ ਡੰਗ ਟੱਪੀ ਜਾਂਦਾ ਜੀ। ਕਣਕ ਛਾਣ ਦੇ ਪੱਲੇਦਾਰ ਨੇ ਉਸ ਵੱਲ ਦੇਖਦਿਆਂ ਕਿਹਾ।
ਤਾਰਾ ਚੁੱਪ ਹੋ ਗਿਆ ਸੀ। ਕਾਫੀ ਚਿਰ ਬਾਅਦ ਝਿਜਕ ਜਿਹੀ ਨਾਲ ਉਸਨੇ ਫਿਰ ਪੁੱਛਿਆ, ਜੇ ਕਿਸੇ ਹੋਰ ਨੇ ਲੱਗਣਾ ਹੋਵੇ? ਆੜਤੀਏ ਤੋਂ ਪੁੱਛ ਲਓ। ਪੱਲੇਦਾਰ ਨੇ ਫਿਰ ਬਿਨਾਂ ਉਸ ਵੱਲ ਦੇਖੇ ਕਿਹਾ। ਲਾਲੇ ਕੋਲ ਉਹ ਹੌਲੀ ਹੌਲੀ ਗਿਆ ਤੇ ਲਾਲੇ ਨੇ ਉਸ ਨੂੰ ਪੈਰਾਂ ਤੋਂ ਸਿਰ ਤੱਕ ਇੱਕ ਨਜ਼ਰ ਦੇਖ ਕੇ ਕੱਟੇ ਦੇ ਸਿਰ ਵਰਗਾ ਸਿਰ ਹਾਂ 'ਚ ਹਿਲਾ ਦਿੱਤਾ। ਫਿਰ ਉਸ ਦਿਨ ਉਹ ਪਿੰਡ ਵਾਪਸ ਮੁੜ ਗਿਆ ਸੀ। ਉਹ ਕਈ ਦਿਨ ਸੋਚਦਾ ਰਿਹਾ। ਉਸਦੇ ਆਪਣੇ ਖੇਤ ਅੱਖਾਂ ਅੱਗੋਂ ਲੰਘਦੇ ਰਹੇ ਤੇ ਫਿਰ ਪਿਓ ਦੀ ਬਰਬਾਦੀ ਨੂੰ ਉਹ ਪਿਆ ਪਿਆ ਹੀ ਘੂਰਦਾ ਰਿਹਾ। ਕਦੇ ਕਦੇ ਉਸ ਨੂੰ ਪਿਓ 'ਤੇ ਗੁੱਸਾ ਵੀ ਆਉਂਦਾ। ਉਸ ਦਾ ਜੀਅ ਕਰਦਾ ਕਿ ਤਲਵਾਰ ਲੈ ਕੇ ਟੋਟੇ ਕਰਦੇ। ਫਿਰ ਲੋਕਾਂ ਦੀਆਂ ਲਾਹਨਤਾਂ ਦਾ ਖਿਆਲ ਮਨ 'ਤੇ ਭਾਰੂ ਹੋ ਜਾਂਦਾ। ਉਹ ਇਸ ਦੁਚਿੱਤੀ ਵਿੱਚ ਬਾਹਰ ਨਾ ਨਿਕਲਿਆ। ਪਰ ਮਾਂ ਛੋਟੇ ਛੋਟੇ ਬੱਚੇ ਉਸ ਨੂੰ ਤਾਨੇ ਮਿਹਣੇ ਵੀ ਦੇਣ ਲੱਗ ਪਏ। ਸਾਰਾ ਦਿਨ ਮੰਜਾ ਤੋੜੀ ਜਾਂਦਾ ਹੈ, ਕੋਈ ਕੰਮ ਕਾਰ ਨਹੀਂ ਕਰਦਾ। ਘਰ ਰੋਟੀ ਪੱਕਣੀ ਔਖੀ ਹੋ ਗਈ ਹੈ। ਜਦੋਂ ਉਸਨੇ ਮੰਡੀ ਵਿੱਚ ਆ ਕੇ ਪਹਿਲੇ ਦਿਨ ਛਾਲਣਾ ਫੜਿਆ ਤਾਂ ਕਣਕ ਦੀਆਂ ਢੇਰੀਆਂ ਨੂੰ ਘੂਰਦਾ ਹੋਇਆ ਬਹਿ ਗਿਆ। ਇੱਕ ਵਾਰ ਫੇਰ ਅੱਗੇ ਪਿੱਛੇ ਦੇਖਿਆ ਕਿ ਕੋਈ ਪਿੰਡ ਦਾ ਬੰਦਾ ਤਾਂ ਨਹੀਂ ਦਿਸਦਾ। ਉਹ ਅਜੇ ਕਣਕ ਛਾਨਣੇ ਵਿੱਚ ਪਾਉਣ ਦੀ ਜੱਕੋ ਤੱਕੀ ਵਿੱਚ ਹੀ ਸੀ ਕਿ ਨਾਲ ਦੇ ਪੱਲੇਦਾਰਾਂ ਨੇ ਸੁਸਤ ਜਿਹੇ ਹੱਥ ਦੇਖ ਕੇ ਕਿਹਾ, ਲੱਗ ਜਾ, ਐ ਨਹੀਂ ਪੱਲੇਦਾਰੀ ਹੋਣੀ ਜੇ ਸਰੀਰ ਨੂੰ ਬਚਾ ਕੇ ਰੱਖਣਾ। ਫਿਰ ਦੂਜੇ ਪੱਲੇਦਾਰ ਨੇ ਕਿਹਾ, ਫਟਾਫਟ ਛਾਨਣਾ ਕਣਕ 'ਚ ਹੀ ਕੱਢ ਦੇ, ਬੋਰੀਆਂ ਭਰ ਕੇ ਸੁੱਟੀਏ ਰੇਹੜੀ 'ਤੇ। ਤਾਰਾ ਅਜੇ ਵੀ ਗਾਲਾਂ ਕੱਢ ਰਿਹਾ ਸੀ। ਸਾਲੇ ਨੇ ਕੱਖ ਨਹੀਂ ਛੱਡਿਆ, ਦਰ ਮੰਗਣ ਲਾਤਾ। ਉਹ ਭੱਜ ਪਿਓ ਵੱਲ ਜਾਣ ਦੀ ਕੋਸ਼ਿਸ਼ ਕਰਦਾ, ਪਰ ਪਿੰਡ ਦੇ ਬੰਦਿਆਂ ਦਾ ਫੜਿਆ ਹੋਇਆ ਸੀ। ਕੁਝ ਚਿਰ ਪਿੱਛੋਂ ਉਹ ਬੁੜਬੁੜ ਕਰਦਾ ਕੰਮ 'ਤੇ ਜਾ ਲੱਗਾ, ਮੇਰੀ ਨਿਗਾਹ ਤੋਂ ਦੂਰ ਹੋ ਜਾਓ, ਮੰਡੀ 'ਚ ਮੇਰੀ ਇੱਜ਼ਤ ਬਣੀ ਹੋਈ ਹੈ। ਉਸਨੇ ਸੋਟੀ ਸੁੱਟ ਦਿੱਤੀ ਤੇ ਕਣਕ ਦੀ ਢੇਰੀ ਤੋਂ ਛਾਨਣਾ ਚੁੱਕਿਆ। ਛੇਤੀ ਛਾਨਣ ਲੱਗ ਪਿਆ। ਆੜਤੀਆ ਢੇਰੀਆਂ ਤੋਂ ਦਾਣੇ ਚੁੱਕ ਦੇਖਦਾ ਫਿਰ ਰਿਹਾ ਸੀ। ਤਾਰੇ ਕੋਲ ਆ ਕੇ ਉਸਦੇ ਦਾਣੇ ਚੁੱਕਦੇ ਹੋਏ ਕਿਹਾ, ਆ ਕੀ ਓਏ, ਵਿੱਚੇ ਛੱਡੀ ਜਾਂਦਾ ਸਾਰਾ ਨਿੱਕ ਸੁੱਕ, ਚੱਜ ਨਾਲ ਛਾਣ ਕਿੱਥੋਂ ਆ ਜਾਂਦੀ ਹੈ ਸਾਲੀ ਕਮਜਾਤ। ਤਾਰੇ ਦਾ ਛਾਨਣਾ ਇੱਕ ਵਾਰ ਰੁਕ ਗਿਆ। ਉਸਦੇ ਹੱਥਾਂ ਦਾ ਕਸ ਛਾਨਣੇ ਉੱਤੇ ਹੋਰ ਵੱਧ ਗਿਆ। ਉਸਦਾ ਜੀਅ ਕੀਤਾ ਲਾਲੇ ਨੂੰ ਚੀਖ ਕੇ ਕਹੇ, ਉਹ ਲਾਲਾ, ਮੈਂ ਜੱਟ ਹਾਂ, ਜੱਟ, ਦੂਜੇ ਪੱਲੇਦਾਰਾਂ ਵਰਗਾ ਨਹੀਂ। ਉਸਦੀ ਨਿਗਾਹ ਥੋੜ੍ਹੀ ਦੂਰ ਨਿਆਣਿਆਂ 'ਚ ਬੈਠੇ ਪਿਓ ਵੱਲ ਗਈ, ਜੋ ਛੋਟੀ ਭੈਣ ਨੂੰ ਸਵਾਉਣ ਲਈ ਥਾਪੜ ਰਿਹਾ ਸੀ। ਉਸਨੇ ਕਣਕ ਦੇ ਛਾਣ 'ਚੋਂ ਦਾਣੇ ਕੱਢ ਰਹੀ ਮਾਂ ਵੱਲ ਦੇਖਿਆ। ਆਲੇ ਦੁਆਲੇ ਪੱਲੇਦਾਰ ਆਪਣੇ ਕੰਮ 'ਚ ਮਸਤ ਸਨ। ਨੀਵੀਂ ਪਾ ਕੇ ਉਹ ਕਣਕ ਛਾਨਣ ਲੱਗ ਪਿਆ। ਚੌਹਾਨ ਇੰਟਰਟੇਨਮੈਂਟ, ਤੁਹਾਡਾ ਆਪਣਾ, ਤੁਹਾਡੇ ਲਈ।